ਕਿਸਾਨੀ ਅੰਦੋਲਨ ਪੂਰੀ ਦੁਨੀਆ ਤੇ ਛਾ ਗਿਆ, ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰੀ ਗਈ, ਆਵਾਜ਼ ਕੁਚਲਣ ਦੀ ਕੋਸ਼ਿਸ਼ ਕਰੀ ਗਈ। ਕੀ ਕਹੋਗੇ? लखीपुर खीरी वाली घटना हैगी है तो ये अपने आप च एक एहसास करवाती है कि सरकार किस हद तक इस अंदोलन तो डर चुकी है, झुक चुकी है, पर अपनी गलती मनण नूं तैयार नहीं। जिवें बार-बार तुसीं देखिया कि बीजेपी दे लीडर बार-बार कदी सानूं अतवादी, कदी वखवादी, कदी नक्सलाइट, कदी कुछ कहते रहे, पर फिर भी पूरा देश, कल्ला मुल्क नहीं, पूरा वर्ल्ड जिहड़ा हैगा पूरा वर्ल्ड साडे नाल आके खड़ा हो गया, इस किसान मूवमेंट नाल आके खड़ा हो गया, क्योंकि साडी हक सच की लड़ाई है, लोगों की रोटी की लड़ाई है। इस पूरे वर्ल्ड चीज़ को समझ चुका है। ये लड़ाई कल्ली साडी देश के प्रधानमंत्री नरेंद्र मोदी नाल नहीं है, ये लड़ाई साडी WTO नाल भी हैगी है, जिहड़ा वर्ल्ड ट्रेड ऑर्गेनाइजेशन है उहदे नाल भी हैगी है, क्योंकि वर्ल्ड ट्रेड ऑर्गेनाइजेशन चाहती है कि बाकी देशों वांग इंडिया भी जिहड़ा हैगा वो किसानों तो दूर हो जाए, तो उपज जिहड़ी किसानों ने करनी, किसानों का जिहड़ा हक सच है वो खोलिया जाए। हुण लखीपुर खीर की घटना हैगी, वो तो पहला तुसीं देखिया खट्टर का जो CM खट्टर का बयान सीगा वो भी कितना मंदभागा, एक चीफ मिनिस्टर होके ये बयान दवे कि अपने 500-700 बंदे लठ लेके तैयार कर लो। ਤੁਸੀਂ ਐਡਵੋਕੇਟ ਵੀ ਹੋ ਨਾਲ ਹੈ ਨਾ, ਤਾਂ ਜੇ ਗੱਲ ਕਰੀਏ ਤਾਂ ਧਾਰਾਵਾਂ ਕਿਹੜੀਆਂ ਲੱਗਣੀਆਂ ਚਾਹੀਦੀਆਂ ਜੇਕਰ ਇਦਾਂ ਦੀ ਕੋਈ ਘਟਨਾ ਵਾਪਰਦੀ ਆ? ਕੱਲੀ ਲਖੀਮਪੁਰ ਦੀ ਗੱਲ ਨਹੀਂ ਕਰਦੇ, ਹੋਰ ਵੀ ਜੇ ਕੋਈ ਇਦਾਂ ਦੀ ਘਟਨਾ ਵਾਪਰਦੀ ਆ ਤਾਂ ਕਿਤੇ ਵੀ ਕਿਸੇ ਵੀ ਥਾਂ ਤੇ देखो ਜਿਹੜੇ ਸੈਕਸ਼ਨ ਲੱਗਦੇ ਹੈ ਉਹ ਅਲੱਗ-ਅਲੱਗ ਇਨਸੀਡੈਂਟ ਦੇ ਅਕੋਰਡਿੰਗਲੀ ਲੱਗਦੇ ਹੈ। ਵੀ ਜੇ ਕਿਤੇ ਹਾਤਾਪਾਈ ਹੋਈ ਹੈ, ਕਿਤੇ ਉਹਦੇ 323 ਲੱਗ ਜਾਂਦੀ ਹੁੰਦੀ ਹੈ, ਤੇ ਜਿਵੇਂ ਹੁਣ ਇੱਥੇ ਮਰਡਰ ਹੋਇਆ 302 ਲੱਗੀ ਹੈ, ਪਰ ਗੱਡੀ ਨਾਲ ਹੋਇਆ 304 ਇਹ ਵੀ ਲਾਤੀ ਹੋਈ ਹੈ। ਮੈਨੂੰ ਖਦਸ਼ਾ ਵੀ ਹੈ ਵੀ ਕੱਲ੍ਹ ਨੂੰ ਜਦੋਂ ਆਉਣ ਵਾਲੇ ਸਮੇਂ 'ਚ ਕਿਤੇ ਐ ਨਾ ਹੋਵੇ 302 ਹਟਾ ਕੇ ਸਿਰਫ ਰੈਸ਼ ਐਂਡ ਨੈਗਲੀਜੈਂਸ ਡਰਾਈਵਿੰਗ ਦੀ 304 ਇਹ ਲਾ ਕੇ ਛੱਡ ਦੇਣ, ਕਿਉਂਕਿ ਉਹ ਤਾਂ ਇੱਕ ਬੇਲੇਵਲ offense ਹੈ, ਉਹਦਾ 2 ਸਾਲ ਦੀ ਸਜ਼ਾ, ਉਹ ਤੋਂ ਵੱਧ ਹੈ ਹੀ ਨਹੀਂ ਹੈ। ਤਾਂ ਉਹ ਵੀ ਖਦਸ਼ਾ ਹੈ, ਕਿਉਂਕਿ ਰਾਜ ਗ੍ਰਹਿ ਮੰਤਰੀ ਦਾ ਮੁੰਡਾ ਹੈ। ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਤੇ ਕਿਸਾਨਾਂ ਦੀ ਆਵਾਜ਼ ਆ ਜਿਹੜੀ ਕਿ ਪੂਰੇ ਦੇਸ਼ ਦੀ ਥਾਂ ਤੇ ਪੂਰੇ ਵਰਲਡ ਦੇ ਵਿੱਚ ਗੂੰਜੀ। ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਦਾ ਜਿਹੜਾ ਸੰਘਰਸ਼ ਆ ਉਹ ਦੁਨੀਆ ਦੇ ਉੱਪਰ ਛਾ ਗਿਆ, ਤਾਂ ਉਸ ਸੰਘਰਸ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਲੱਖਾਂ ਕੋਸ਼ਿਸ਼ਾਂ ਹੋਈਆਂ ਸਮੇਂ ਦੀ ਸਰਕਾਰ ਵੱਲੋਂ। ਤਾਂ ਸਾਡੇ ਨਾਲ ਇਸ ਵਕਤ ਬਾਲੀਆ ਸਾਹਿਬ ਮੌਜੂਦ ਨੇ, ਜਿਹੜੇ ਕਿ ਐਡਵੋਕੇਟ ਨੇ। ਗੱਲਬਾਤ ਕਰਾਂਗੇ ਲਖੀਮਪੁਰ ਖੀਰੀ ਦੀ ਜਿਹੜੀ ਘਟਨਾ ਗੀ ਤਾਜੀ ਵਾਪਰਦੀ ਆ, ਬੜੀ ਮੰਦਭਾਗੀ ਘਟਨਾ ਗੀ। ਇੱਕ ਅਜਿਹਾ ਸਾਕਾ ਹੁੰਦਾ ਗਾ ਜਿਸ ਦੇ ਵਿੱਚ ਤਕਰੀਬਨ 10 ਤੋਂ 12 ਜਿਹੜੇ ਕਿਸਾਨ ਨੇ ਜ਼ਖਮੀ ਹੋ ਜਾਂਦੇ ਨੇ ਤੇ 3 ਤੋਂ 4 ਜਿਹੜੇ ਕਿਸਾਨ ਨੇ ਸ਼ਹੀਦ ਹੋ ਜਾਂਦੇ ਨੇ। ਤਾਂ ਗੱਲਬਾਤ ਕਰਾਂਗੇ, ਬਾਲੀਆ ਸਾਹਿਬ ਸਾਡੇ ਨਾਲ ਮੌਜੂਦ ਨੇ। ਪਹਿਲਾਂ ਸਵਾਗਤ ਕਰਾਂਗੇ ਬਾਲੀਆ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾਂ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਜੀ। ਬਾਲੀਆ ਸਾਹਿਬ, ਜੇ ਗੱਲ ਕਰੀਏ ਤਾਂ ਕਿਸਾਨੀ ਅੰਦੋਲਨ ਦੀ, ਕਿਸਾਨਾਂ ਦੀ ਆਵਾਜ਼ ਆ ਜਿਹੜੀ ਪੂਰੀ ਦੁਨੀਆ ਦੇ ਵਿੱਚ ਗੂੰਜੀ ਆ। ਕਿਸਾਨੀ ਅੰਦੋਲਨ ਪੂਰੀ ਦੁਨੀਆ ਤੇ ਛਾ ਗਿਆ, ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰੀ ਗਈ, ਆਵਾਜ਼ ਕੁਚਲਣ ਦੀ ਕੋਸ਼ਿਸ਼ ਕਰੀ ਗਈ। ਕੀ ਕਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਫਕਰ ਵੀ ਮਹਿਸੂਸ ਕਰਦਾ ਕਿ ਇੱਕ ਪੰਜਾਬੀ ਹੋਣ ਦੇ ਨਾਤੇ, ਕਿ ਜਿਵੇਂ ਪੰਜਾਬੀਆਂ ਨੂੰ ਇੱਕ ਵਾਰੀ ਬਾਗੀ ਕੌਮ ਵੀ ਕਿਹਾ ਜਾਂਦਾ, ਕਿਉਂਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹਰ ਤਰ੍ਹਾਂ ਦੀ ਚੀਜ਼ ਜਿਹੜੀ ਹੈਗੀ ਹੈ, ਹਰ ਚ ਸੰਘਰਸ਼ ਪੰਜਾਬੀਆਂ ਦਾ ਹੱਥ ਰਿਹਾ। ਤੇ ਇਸ ਮੂਵਮੈਂਟ ਨੂੰ ਵੀ ਸ਼ੁਰੂ ਕਰਨ ਦਾ ਜਿਹੜਾ ਸਿਹਰਾ ਜਿਹੜਾ ਉਹ ਪੰਜਾਬੀਆਂ ਦੇ ਸਿਰ ਬੰਨ੍ਹਿਆ ਜਾਂਦਾ ਹੈ, ਕਿਉਂਕਿ ਪਹਿਲਾਂ ਪੰਜਾਬ 'ਚ 3-4 ਮਹੀਨੇ ਪ੍ਰੋਟੈਸਟ ਚੱਲਿਆ, ਉਹ ਤੋਂ ਬਾਅਦ ਫਿਰ ਦਿੱਲੀ ਦੀ ਬਰੂਹਾਂ ਤੇ ਜਦੋਂ ਪੰਜਾਬ ਨਿਕਲਿਆ ਤੇ ਸਾਡਾ ਛੋਟਾ ਭਰਾ ਹਰਿਆਣਾ ਨਾਲ ਚੱਲਿਆ, UP ਸਾਡਾ ਵੱਡਾ ਭਰਾ ਨਾਲ ਆਇਆ, ਉਹ ਤੋਂ ਬਾਅਦ ਰਾਜਸਥਾਨ, ਤੇ ਹੁਣ ਅੱਜ ਸਾਰੇ ਦੇਸ਼ 'ਚ ਅੰਦੋਲਨ ਫੈਲਿਆ ਹੋਇਆ ਹੈ। ਸੋ ਅੱਜ ਜਿਹੜੀਆਂ ਸ਼ਹੀਦੀਆਂ ਵੀ ਤਕਰੀਬਨ ਪੌਣੇ 700 ਦੇ ਕਰੀਬ ਸ਼ਹੀਦੀਆਂ ਵੀ ਇਸ ਅੰਦੋਲਨ 'ਚ ਸਾਡੇ ਕਿਸਾਨ ਭਰਾਵਾਂ ਤੇ ਭੈਣਾਂ ਨੇ ਪਾਈਆਂ ਹੈਗੀਆਂ ਨੇ। ਤੇ ਅੱਜ ਜਿਹੜੀ ਹੁਣ ਲਖੀਪੁਰ ਖੀਰੀ ਵਾਲੀ ਘਟਨਾ ਹੈਗੀ ਹੈ, ਤਾਂ ਇਹ ਆਪਣੇ ਆਪ 'ਚ ਇੱਕ ਅਹਿਸਾਸ ਕਰਵਾਉਂਦੀ ਹੈ ਕਿ ਸਰਕਾਰ ਕਿਸ ਹੱਦ ਤੱਕ ਇਸ ਅੰਦੋਲਨ ਤੋਂ ਡਰ ਚੁੱਕੀ ਹੈ, ਝੁਕ ਚੁੱਕੀ ਹੈ, ਪਰ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ। ਜਿਵੇਂ ਬਾਰ-ਬਾਰ ਤੁਸੀਂ ਦੇਖਿਆ ਕਿ BJP ਦੇ ਲੀਡਰ ਬਾਰ-ਬਾਰ ਕਦੀ ਸਾਨੂੰ ਅਤਵਾਦੀ, ਕਦੀ ਵਖਵਾਦੀ, ਕਦੀ ਨਕਸਲਾਈਟ, ਕਦੀ ਕੁਛ ਕਹਿੰਦੇ ਰਹੇ, ਪਰ ਫਿਰ ਵੀ ਪੂਰਾ ਦੇਸ਼, ਇਕੱਲਾ ਮੁਲਕ ਨਹੀਂ, ਪੂਰਾ ਵਰਲਡ ਜਿਹੜਾ ਹੈਗਾ ਉਹ ਪੂਰਾ ਵਰਲਡ ਸਾਡੇ ਨਾਲ ਆ ਕੇ ਖੜਾ ਹੋ ਗਿਆ, ਇਸ ਕਿਸਾਨ ਮੂਵਮੈਂਟ ਨਾਲ ਆ ਕੇ ਖੜਾ ਹੋ ਗਿਆ, ਕਿਉਂਕਿ ਸਾਡੀ ਹੱਕ ਸੱਚ ਦੀ ਲੜਾਈ ਹੈ, ਲੋਕਾਂ ਦੀ ਰੋਟੀ ਦੀ ਲੜਾਈ ਹੈ। ਇਸ ਪੂਰੇ ਵਰਲਡ ਚੀਜ਼ ਨੂੰ ਸਮਝ ਚੁੱਕਿਆ ਹੈ। ਇਹ ਲੜਾਈ ਇਕੱਲੀ ਸਾਡੀ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਨਹੀਂ ਹੈ, ਇਹ ਲੜਾਈ ਸਾਡੀ WTO ਨਾਲ ਵੀ ਹੈਗੀ ਹੈ, ਜਿਹੜਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ ਉਹਦੇ ਨਾਲ ਵੀ ਹੈਗੀ ਹੈ, ਕਿਉਂਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਚਾਹੁੰਦੀ ਹੈ ਕਿ ਬਾਕੀ ਦੇਸ਼ਾਂ ਵਾਂਗ ਇੰਡੀਆ ਵੀ ਜਿਹੜਾ ਹੈਗਾ ਉਹ ਕਿਸਾਨਾਂ ਤੋਂ ਦੂਰ ਹੋ ਜਾਏ, ਤੇ ਉਪਜ ਜਿਹੜੀ ਕਿਸਾਨਾਂ ਨੇ ਕਰਨੀ, ਕਿਸਾਨਾਂ ਦਾ ਜਿਹੜਾ ਹੱਕ ਸੱਚ ਹੈ ਉਹ ਖੋਲਿਆ ਜਾਵੇ। ਸੋ ਇਹਦੇ ਨਾਲ ਹੀ ਬਾਰ-ਬਾਰ ਜਿਵੇਂ ਲਖੀਪੁਰ ਖੀਰ ਦੀ ਘਟਨਾ ਹੈਗੀ, ਉਹ ਤੋਂ ਪਹਿਲਾਂ ਤੁਸੀਂ ਦੇਖਿਆ ਖੱਟਰ ਦਾ ਜੋ CM ਖੱਟਰ ਦਾ ਬਿਆਨ ਸੀਗਾ ਉਹ ਵੀ ਕਿੰਨਾ ਮੰਦਭਾਗਾ, ਇੱਕ ਚੀਫ ਮਿਨਿਸਟਰ ਹੋ ਕੇ ਇਹ ਬਿਆਨ ਦਵੇ ਕਿ ਆਪਣੇ 500-700 ਬੰਦੇ ਲੱਠ ਲੈ ਕੇ ਤਿਆਰ ਕਰ ਲਓ। ਉਹ ਤੋਂ ਬਾਅਦ ਲਖੀਪੁਰ ਖੀਰ ਦੀ ਘਟਨਾ ਹੋਈ ਕੱਲ੍ਹ ਨਰੈਣਗੜ੍ਹ ਦੇ ਵਿੱਚ, ਨਰੈਣਗੜ੍ਹ 'ਚ ਇੱਕ ਜਿਹੜਾ ਸੈਣੀ ਹੈਗਾ, ਉਹਦਾ ਨੈਬ ਸੈਣੀ
ਮੈਂਬਰ ਆਫ ਪਾਰਲੀਮੈਂਟ ਹੈ, ਉਹਦੀ ਵੀ ਇੱਕ ਗੱਡੀ ਦਾ ਕਾਫਲਾ ਚੱਲਦਾ ਹੋਇਆ ਇੱਕ ਗੱਡੀ ਜਿਹੜੀ ਕਿਸਾਨ ਤੇ ਚੜ੍ਹਾਉਣ ਦੀ ਕੋਸ਼ਿਸ਼ ਹੋਈ ਹੈ। ਸੋ ਬੜੀ ਮੰਦਭਾਗੀ ਘਟਨਾਵਾਂ ਹੈ। ਤੇ ਮੋਰਓਵਰ ਜਿਹੜਾ ਲਖੀਪੁਰ ਖੀਰੀ ਹੈ, ਉਸ ਘਟਨਾ ਨੇ ਤਾਂ ਘੱਟੋ ਘੱਟ ਮੈਂ ਇਹਨੂੰ ਕਹੂੰਗਾ ਇਕੱਲੀ ਘਟਨਾ ਨਹੀਂ, ਇੱਕ ਮਰਡਰ ਹੈ ਇਹ ਇੱਕ ਤੈਅਸ਼ੁਦਾ ਜਿਹੜੀ ਇੱਕ ਸਾਜ਼ਿਸ਼ ਦੇ ਤਹਿਤ, ਜਿਵੇਂ ਅਜੇ ਮਿਸ਼ਰਾ ਨੇ ਬਿਆਨ ਦਿੱਤੇ ਸੀਗੇ ਕਿ ਜੀ ਮੈਂ 2 ਮਿੰਟ ਦੇਖ ਲੂੰਗਾ, ਮੇਰਾ ਇਤਿਹਾਸ ਨਹੀਂ ਪਤਾ, ਮੈਂ ਕੈਬਨਿਟ ਮੰਤਰੀ ਤੋਂ ਇਲਾਵਾ MLA ਵੀ ਤੇ MLA ਤੋਂ ਇਲਾਵਾ ਹੋਰ ਬਹੁਤ ਕੁਛ ਹੈ, ਤੇ ਮੈਂ ਲਖੀਪੁਰ ਖੀਰੀ 'ਚ ਰਹਿਣ ਨਹੀਂ ਦਊਂਗਾ ਕਿਸੇ ਵੀ ਕਿਸਾਨ ਨੂੰ। ਉਹ ਧਮਕੀਆਂ ਪਰੇ ਲਹਿਜੇ ਜੋ ਉਹਨੇ ਕਿਹਾ ਸੀਗਾ ਉਹਨੇ ਕਰਕੇ ਦਿਖਾਇਆ। ਤੇ ਪਰ ਉਹਨੂੰ ਇਹ ਨਹੀਂ ਪਤਾ ਸੀਗਾ ਵੀ ਕਿਸਾਨਾਂ ਦੀ ਤਾਕਤ ਜਿਹੜੀ ਹੈਗੀ, ਇੱਕ ਮੰਤਰੀ ਬਹੁਤ ਛੋਟਾ ਉਸ ਤਾਕਤ ਦੇ ਅੱਗੇ। ਉਹ ਕਿਸਾਨਾਂ ਨੇ ਆਪਣੀ ਉਹ ਤਾਕਤ ਵੀ ਦਿਖਾਣੀ ਨਾਲ ਦੀ ਨਾਲ ਸ਼ੁਰੂ ਕਰਤੀ। ਪਰ ਅਨਫੋਰਚੂਨੇਟਲੀ ਸਾਡੇ 4 ਉੱਥੇ ਸਿੰਘ ਸ਼ਹੀਦ ਹੋਏ, ਇੱਕ ਸਾਡਾ ਪੱਤਰਕਾਰ ਭਰਾ ਜਿਹੜਾ ਉਹ ਵੀ ਉਸ 'ਚ ਸ਼ਹੀਦ ਹੋਇਆ। ਤੇ ਉਹ ਤੋਂ ਬਾਅਦ ਉਹ ਘਟਨਾ ਦਾ ਤੁਹਾਡੇ ਸਾਹਮਣੇ ਕਿਵੇਂ ਲੀਪਾ ਪੋਤੀ ਯੂਪੀ ਸਰਕਾਰ ਕਰਦੀ ਰਹੀ ਤੇ ਕਿਵੇਂ ਉਸ ਘਟਨਾ ਦੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ। ਨੈੱਟ ਬੰਦ ਹੋ ਗਿਆ, ਜਦ ਨੈੱਟ ਖੁੱਲ੍ਹੇ ਤਾਂ ਪਤਾ ਲੱਗਣ ਲੱਗਿਆ ਕਿ ਅਸਲ ਘਟਨਾ ਦੀ ਸੱਚਾਈ ਕੀ ਹੈਗੀ। ਵਾਕਈ ਜੋ ਕਿਹਾ ਸੀ ਉਸ ਮੰਤਰੀ ਨੇ, ਅਜੇ ਮਿਸ਼ਰਾ ਨੇ, ਉਹਦੇ ਮੁੰਡੇ ਨੇ ਆਪਣੇ ਸਾਥੀਆਂ ਦੇ ਨਾਲ ਉਹਨੂੰ ਪੂਰਾ ਕਰਿਆ, ਇੱਕ ਤਰ੍ਹਾਂ ਦੇ ਉਹ ਘਟਨਾ ਨੂੰ ਅੰਜਾਮ ਦਿੱਤਾ। ਕਿਉਂਕਿ ਜਿਹੜੀ ਥਾਰ ਜੀਪ ਵੀ ਹੈਗੀ ਹੈ ਉਹ ਜੀਪ ਵੀ ਮੰਤਰੀ ਦੇ ਨਾਂ 'ਤੇ ਹੈ, ਤੇ ਜਿਹੜੀ ਪਿੱਛੇ ਫੋਰਚੂਨਰ ਹੈ ਉਹ ਮੰਤਰੀ ਦੇ ਮੁੰਡੇ ਦੇ ਦੋਸਤ ਦੇ ਨਾਂ 'ਤੇ ਹੈ, ਤੇ ਮੰਤਰੀ ਦੇ ਮੁੰਡੇ ਦੀ ਇਨਵੋਲਵਮੈਂਟ ਸਾਹਿਬ ਵਿੱਚ ਹੈਗੀ ਹੈ। ਮੈਂ ਤਾਂ ਕਹੂੰਗਾ ਕਿ ਜੋ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਜਥੇਬੰਦੀਆਂ ਨੇ ਵੀ ਇਹ ਅਪੀਲ ਕੀਤੀ ਹੈ, ਸਰਕਾਰ ਨੂੰ ਕਿਹਾ ਹੈ ਕਿ ਇਕੱਲਾ ਬਰਖਾਸਤਗੀ ਨਹੀਂ ਮੰਤਰੀ ਦੀ, ਤੇ 120 ਵੀ ਜੋ ਲੱਗੀ ਹੋਈ ਹੈ ਉਹਦੇ ਤਹਿਤ ਮੰਤਰੀ ਨੂੰ ਵੀ ਉਹਦੇ ਵਿੱਚ ਲੈ ਕੇ ਆਉਣਾ ਜ਼ਰੂਰੀ ਹੈ। ਕਿਉਂਕਿ ਮੇਨ ਮੁੱਖ ਸਾਜ਼ਿਸ਼ ਕਰਤਾ ਤਾਂ ਸਾਜ਼ਿਸ਼ ਘੜਨ ਵਾਲਾ ਤਾਂ ਮੰਤਰੀ ਹੈ। ਉਹਨੇ ਧਮਕੀ ਦਿੱਤੀ, ਉਹਨੇ ਯੋਜਨਾਬੱਧ ਤਰੀਕੇ ਨਾਲ ਆਪਣੇ ਮੁੰਡੇ ਨੂੰ ਮੂਹਰੇ ਲਾ ਕੇ ਇਸ ਘਟਨਾ ਨੂੰ ਅੰਜਾਮ, ਇਸ ਸਾਜ਼ਿਸ਼ ਨੂੰ, ਇਸ ਕਤਲ ਨੂੰ ਅੰਜਾਮ ਦਿੱਤਾ। ਤਾਂ ਮੰਤਰੀ ਵੀ ਇਸ ਤੋਂ ਔਖੇ ਪਰੋਖੇ ਨਹੀਂ ਰਹਿਣਾ ਚਾਹੀਦਾ, ਤੇ ਮੰਤਰੀ ਨੂੰ ਵੀ ਜਿਹੜਾ ਹੈਗਾ ਇਹਦੇ ਵਿੱਚ ਪੁਲਿਸ ਨੂੰ FIR 'ਚ ਮੰਤਰੀ ਦਾ ਨਾਮ ਵੀ ਸ਼ਾਮਿਲ ਕਰਨਾ ਚਾਹੀਦਾ ਹੈ, ਤੇ ਸ਼ਾਮਿਲ ਕਰਕੇ ਉਹਨੂੰ ਵੀ ਜਲਦ ਤੋਂ ਜਲਦ ਉਹਦੀ ਗ੍ਰਿਫਤਾਰੀ ਹੋਣੀ ਬਣਦੀ ਹੈ। ਵਾਲੀਆ ਸਾਹਿਬ, ਜੇ ਗੱਲ ਕਰੀਏ ਤਾਂ ਤੁਸੀਂ ਐਡਵੋਕੇਟ ਵੀ ਹੋ ਨਾਲ ਹੈ ਨਾ, ਤਾਂ ਜੇ ਗੱਲ ਕਰੀਏ ਤਾਂ ਧਾਰਾਵਾਂ ਕਿਹੜੀਆਂ ਲੱਗਣੀਆਂ ਚਾਹੀਦੀਆਂ ਜੇਕਰ ਇੱਦਾਂ ਦੀ ਕੋਈ ਘਟਨਾ ਵਾਪਰਦੀ ਆ? ਇਕੱਲੀ ਲਖੀਮਪੁਰ ਦੀ ਗੱਲ ਨਹੀਂ ਕਰਦੇ, ਹੋਰ ਵੀ ਜੇ ਕੋਈ ਇੱਦਾਂ ਦੀ ਘਟਨਾ ਵਾਪਰਦੀ ਆ ਤਾਂ ਕਿਤੇ ਵੀ ਕਿਸੇ ਵੀ ਥਾਂ 'ਤੇ? ਦੇਖੋ ਲਖੀਮਪੁਰ 'ਚ ਆਲਰੇਡੀ ਦੇਖੋ ਜਿਹੜੇ ਸੈਕਸ਼ਨ ਲੱਗਦੇ ਹੈ ਉਹ ਅਲੱਗ-ਅਲੱਗ ਇਨਸੀਡੈਂਟ ਦੇ ਅਕੋਰਡਿੰਗਲੀ ਲੱਗਦੇ ਹੈ। ਵੀ ਜੇ ਕਿਤੇ ਹਾਥਾਪਾਈ ਹੋਈ ਹੈ ਕਿਤੇ ਉਹਦਾ 323 ਲੱਗ ਜਾਂਦੀ ਹੁੰਦੀ ਹੈ, ਤੇ ਜਿਵੇਂ ਹੁਣ ਇੱਥੇ ਮਰਡਰ ਹੋਇਆ 302 ਲੱਗੀ ਹੈ, ਪਰ ਗੱਡੀ ਨਾਲ ਹੋਇਆ 304 ਇਹ ਵੀ ਲਾਤੀ ਹੋਈ ਹੈ। ਮੈਨੂੰ ਖਦਸ਼ਾ ਵੀ ਹੈ ਵੀ ਕੱਲ੍ਹ ਨੂੰ ਜਦੋਂ ਆਉਣ ਵਾਲੇ ਸਮੇਂ 'ਚ ਕਿਤੇ ਐਂ ਨਾ ਹੋਵੇ 302 ਹਟਾ ਕੇ ਸਿਰਫ ਰੈਸ਼ ਐਂਡ ਨੈਗਲੀਜੈਂਸ ਡਰਾਈਵਿੰਗ ਦੀ 304 ਇਹ ਲਾ ਕੇ ਛੱਡ ਦੇਣ, ਕਿਉਂਕਿ ਉਹ ਤਾਂ ਇੱਕ ਬੇਲੇਬਲ offense ਹੈ, ਉਹਦਾ 2 ਸਾਲ ਦੀ ਸਜ਼ਾ ਉਹ ਤੋਂ ਵੱਧ ਹੈ ਹੀ ਨਹੀਂ ਹੈ। ਤਾਂ ਉਹ ਵੀ ਖਦਸ਼ਾ ਹੈ ਕਿਉਂਕਿ ਰਾਜ ਗ੍ਰਹਿ ਮੰਤਰੀ ਦਾ ਮੁੰਡਾ ਹੈ। ਸੋ ਇੱਥੇ ਮੈਂ ਉਹੀ ਕਹੂੰਗਾ ਵੀ ਜੋ ਧਾਰਾਵਾਂ ਲੱਗੀਆਂ ਉਹ ਧਾਰਾਵਾਂ ਦੇ ਤਹਿਤ ਕੋਈ ਵੀ ਦੋਸ਼ੀ ਬਚਣਾ ਨਹੀਂ ਚਾਹੀਦਾ। ਇੱਕ ਵੱਡਾ ਲੈਸਨ ਮੈਂ ਤਾਂ ਧੰਨਵਾਦੀ ਆਨਰੇਬਲ ਸੁਪਰੀਮ ਕੋਰਟ ਦਾ ਵੀ ਹੈ ਜਿਹਨੇ ਸੂਓ ਮੋਟੋ ਲਿੱਤਾ। ਸੂਓ ਮੋਟੋ ਲੈ ਕੇ ਕੱਲ੍ਹ ਇੱਕ ਲਤਾੜ ਯੂਪੀ ਸਰਕਾਰ ਨੂੰ ਪਾਈ। ਯੂਪੀ ਸਰਕਾਰ ਨੂੰ ਲਤਾੜ ਪਾਉਣ ਤੋਂ ਬਾਅਦ ਅੱਗੇ ਹੋਰ ਜਿਹੜੀ ਆਪੋਜੀਸ਼ਨ ਪੋਲੀਟੀਕਲ ਪਾਰਟੀਆਂ ਉਹਨਾਂ ਦਾ ਵੀ ਧੰਨਵਾਦੀ ਹਾਂ। ਕਿਸਾਨ ਜਥੇਬੰਦੀਆਂ ਤਾਂ ਚਲੋ ਸਾਡੀਆਂ ਨਾਲ ਲੱਗੀਆਂ ਹੋਈਆਂ ਹੈਗੀਆਂ ਨੇ, ਤੇ ਉਹਨਾਂ ਦਾ ਧੰਨਵਾਦੀ ਵੀ ਉਹਨਾਂ ਨੇ ਪ੍ਰੈਸ਼ਰ ਇੱਕ ਬਿਲਟਅਪ ਕੀਤਾ। ਤੋ ਸਿੱਧੂ ਸਾਹਿਬ ਵੀ ਉੱਥੇ ਬੈਠੇ ਨੇ ਗੱਲ ਤੇ ਮੌਨ ਵਰਤਰ ਭੁੱਖ ਹੜਤਾਲ ਤੇ, ਤੋ ਉਹ ਵੀ ਕੱਲ੍ਹ ਪਤਾ ਲੱਗਿਆ ਰਾਤੀ ਸ਼ਾਇਦ ਪੁਲਿਸ ਚੱਕਣ ਲੱਗੀ ਸੀਗੀ। ਮੈਂ ਧੰਨਵਾਦੀ ਤੁਹਾਡੇ ਮੀਡੀਆ ਵਾਲੇ ਭਰਾਵਾਂ ਦਾ ਹੈ ਕਿ ਉਹਨਾਂ ਦੇ ਹੋਣ ਕਰਕੇ ਪੁਲਿਸ ਨਹੀਂ ਚੱਕ ਸਕੀ। ਸੋ ਇੱਕ ਪ੍ਰੈਸ਼ਰ ਬਿਲਟਅਪ ਕਰਨਾ ਹੀ ਹੁੰਦਾ ਹੈ। ਜਦ ਤੁਸੀਂ ਪ੍ਰੈਸ਼ਰ ਬਿਲਟਅਪ ਕਰੋਗੇ ਤਾਂ ਉਹ ਤੋਂ ਬਾਅਦ ਹੀ ਇਹ ਕਾਰਵਾਈਆਂ ਜਿਹੜੀਆਂ ਸਿਰੇ ਚੜ੍ਹਨੀਆਂ। ਨਹੀਂ ਤਾਂ ਤੁਹਾਡੇ ਸਾਹਮਣੇ ਕੁਲਦੀਪ ਸੈਗਰ ਨੂੰ ਯੋਗੀ ਸਰਕਾਰ ਨੇ ਕਿਵੇਂ ਬਚਾਉਣ ਦੀ ਅਖੀਰ ਤੱਕ ਕੋਸ਼ਿਸ਼ ਕੀਤੀ। ਉਹ ਕੁੜੀ ਦੇ ਜਿਹੜੇ ਮਾਂ-ਬਾਪ ਹੈ ਉਹਨਾਂ ਦੀ ਬੂਆ ਦਾ ਵੀ ਐਕਸੀਡੈਂਟ ਕਰਾ ਕੇ ਮਰਡਰ ਕਰਵਾਤਿਆ, ਕੁੜੀ ਵੀ ਉੱਥੇ ਗੰਭੀਰ ਜ਼ਖਮੀ ਹੋਈ, ਬਾਪ ਨੂੰ ਵੀ ਮਰਵਾਇਆ ਗਿਆ। ਸੋ ਇਹ ਚੀਜ਼ਾਂ ਜਿਹੜੀਆਂ ਆਦੀ ਹੋ ਚੁੱਕੀ ਹੈ ਮੋਦੀ ਤੇ ਯੋਗੀ ਸਰਕਾਰ ਜਿਹੜੀ ਹੈ, ਤਾਂ ਇਸ ਕਰਕੇ ਪ੍ਰੋਟੈਸਟ ਹੋਣੇ, ਇਹ ਲੋਕਾਂ ਦਾ ਇੱਕ ਪ੍ਰੈਸ਼ਰ ਬਿਲਟਅਪ ਕਰਨਾ ਬਹੁਤ ਜ਼ਰੂਰੀ ਹੈ, ਤਾਂ ਹੀ ਸਰਕਾਰ ਨੂੰ ਨੱਥ ਪਏਗੀ। ਨਹੀਂ ਤਾਂ ਡਿਕਟੇਟਰਸ਼ਿਪ ਰੂਲ ਤਾਂ ਹਿੰਦੁਸਤਾਨ 'ਚ ਹੈਗਾ ਹੀ ਹੈ, ਪਰ ਉਹ ਡਿਕਟੇਟਰਸ਼ਿਪ ਰੂਲ ਜਿਹੜਾ ਉਹ ਰਾਜਾ ਕਿਤੇ ਖੁੱਲ੍ਹੇ ਤੌਰ 'ਤੇ ਕਾਤਿਲ ਨਾ ਬਣ ਜਾਵੇ, ਉਹਨੂੰ ਰੋਕਣਾ ਬੜਾ ਜ਼ਰੂਰੀ ਹੈ। ਜੇ ਗੱਲ ਕਰੀਏ ਤਾਂ ਵਾਲੀਆ ਸਾਹਿਬ, ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇੱਕੋ ਮੰਚ 'ਤੇ ਨਜ਼ਰ ਆਈਆਂ ਨੇ, ਇੱਕੋ ਮੰਚ ਦੀ ਗੱਲ ਹੀ ਕਰਾਂਗੇ ਕਿਉਂਕਿ ਲਖੀਮਪੁਰ ਖੀਰੀ ਨੂੰ ਅਕਾਲੀ ਦਲ ਨੇ ਵੀ ਆਪਦਾ ਵਫਦ ਭੇਜਤਾ, ਕਾਂਗਰਸ ਦਾ ਹੀ ਵੱਡਾ ਕਾਫਲਾ ਗਿਆ, ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਆਪਦਾ ਇੱਕ ਵਫਦ ਭੇਜਿਆ। ਲਗਾਤਾਰ ਜਿਹੜੇ ਕਾਫਲੇ ਨੇ ਅਕਾਲੀ ਦਲ ਸੰਯੁਕਤ ਦਾ ਵੀ ਗਿਆ, ਲਗਾਤਾਰ ਕਾਫਲੇ ਜਾਂਦੇ ਨਜ਼ਰ ਆਏ ਨੇ, ਇੱਕ ਮੰਚ 'ਤੇ ਦੇਖਣ ਨੂੰ ਮਿਲਿਆ ਨੇ ਪੋਲੀਟੀਕਲ ਪਾਰਟੀਆਂ। ਲੱਗਦਾ ਨਹੀਂ ਹੈਗਾ ਵੀ ਅੱਜ ਤੋਂ 75 ਸਾਲ ਪਹਿਲਾਂ ਜੇ ਇਕੱਠੀਆਂ ਹੋ ਜਾਂਦੀਆਂ ਤਾਂ ਸ਼ਾਇਦ ਆਹ ਵਾਪਰਦਾ ਨਾ? ਨਹੀਂ, ਬੜਾ ਮੈਂ ਤਾਂ ਇਹਨੂੰ ਸ਼ਲਾਘਾਯੋਗ ਕਦਮ ਕਹੂੰਗਾ। ਤੇ ਕਿਉਂਕਿ ਦੇਖੋ
ਇੱਕ ਇਨਸਾਫ ਲੈਣ ਵਾਸਤੇ ਰਾਜਨੀਤਿਕ ਪਾਰਟੀਆਂ ਸਾਰੀਆਂ ਜੇ ਇਕੱਠੀਆਂ ਹੁੰਦੀਆਂ ਤਾਂ ਉਸ 'ਚ ਕੋਈ ਨੁਕਸਾਨ ਨਹੀਂ ਹੈਗਾ। ਇੱਕ ਵਧੀਆ ਦੇਖਣ ਨੂੰ ਲੱਗਿਆ, ਇੱਕ ਵਧੀਆ ਮੈਸੇਜ ਸਮਾਜ ਨੂੰ ਗਿਆ ਕਿ ਜਦ ਕਿ ਇੱਕ ਵੱਡੇ ਲੋਕਤੰਤਰ ਨੂੰ ਜਾਂ ਢਾਲ ਲੱਗਦੀ ਹੈ ਤਾਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਬਾਰ-ਬਾਰ ਕਹਿੰਦੀਆਂ ਵੀ ਸਾਡੀ ਪਾਰਟੀ ਦੇ ਅੰਦਰ ਡੈਮੋਕ੍ਰੇਸੀ ਹੈ, ਅਸੀਂ ਦੇਸ਼ 'ਚ ਡੈਮੋਕ੍ਰੇਸੀ ਕਾਇਮ ਰੱਖਣ ਵਾਸਤੇ ਲੜਾਂਗੇ। ਤੇ ਅੱਜ ਡੈਮੋਕ੍ਰੇਸੀ ਨੂੰ ਕਾਇਮ ਰੱਖਣ ਵਾਸਤੇ ਜਦ ਸਾਰੀ ਆਪੋਜੀਸ਼ਨ ਇਕੱਠੀ ਹੋਈ, ਇੱਕ ਬਹੁਤ ਵਧੀਆ ਉਪਰਾਲਾ ਆਪੋਜੀਸ਼ਨ ਦਾ ਹੈਗਾ। ਅੱਗੇ ਵੀ ਆਪੋਜੀਸ਼ਨ ਇਵੇਂ ਇਕੱਠੀ ਰਹੇ, ਮੈਂ ਉਹ ਵੀ ਉਮੀਦ ਕਰਦਾ ਕਿ ਰਹੇਗੀ, ਕਿਉਂਕਿ ਅੱਗੇ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਆ ਰਹੇ ਨੇ ਆਪਣੇ ਆਪਣੇ ਸਟੇਟ 'ਚ, ਤੇ ਉਹ ਸਟੇਟ 'ਚ ਪੋਲੀਟੀਕਲ ਜਿਹੜੇ ਓਛਾਪਣ ਪਾਰਟੀਆਂ ਨਾ ਕਰਨ, ਇਹਦੀ ਮੈਂ ਇੱਕ ਵੱਡੀ ਉਮੀਦ ਰੱਖੂੰਗਾ। ਕਿਉਂਕਿ ਤੁਹਾਡੇ ਸਾਹਮਣੇ ਦੇਖੋ ਕਿਵੇਂ ਜਿਵੇਂ ਮੈਨੀਫੈਸਟੋ ਦੇ ਵਿੱਚ ਝੂਠੇ ਵਾਅਦੇ ਹੁੰਦੇ ਆ ਤੇ ਹੋਰ ਇੱਕ ਦੂਜੇ ਲਾਂਛਣਾ ਜਿਹੜੀਆਂ ਲਾਈਆਂ ਜਾਂਦੀਆਂ ਨੇ, ਤੇ ਉਹ ਲਾਂਛਣਾ ਤੋਂ ਜਿੰਨਾ ਪੋਲੀਟੀਕਲ ਪਾਰਟੀਆਂ ਇੱਕ ਕੰਸਟਰਕਟਿਵ ਡਿਬੇਟਸ ਜਿਹੜੀਆਂ ਇੱਕ ਡਿਵੈਲਪਮੈਂਟ ਦੇ ਕੰਮਾਂ ਦੀ ਗੱਲ ਜਿਹੜੀ ਪੋਲੀਟੀਕਲ ਪਾਰਟੀਆਂ ਕਰਕੇ ਜੇ ਇਲੈਕਸ਼ਨ ਲੜਨ ਤਾਂ ਮੇਰੇ ਮੈਨੂੰ ਜ਼ਿਆਦਾ ਵਧੀਆ ਰਹੂਗਾ। ਤੇ ਮੈਂ ਫਿਰ ਇੱਕ ਵਾਰੀ ਵਧਾਈ ਦਿੰਦਾ ਕਿ ਇੱਕ ਸਟਰੋਂਗ ਆਪੋਜੀਸ਼ਨ ਦਾ ਰੋਲ ਜਿਹੜਾ ਪਲੇ ਕਰਨਾ ਚਾਹੀਦਾ ਸੀ ਉਹ ਰਾਜਨੀਤਿਕ ਪਾਰਟੀਆਂ ਨੇ ਕੀਤਾ ਇਸ ਮੈਟਰ। ਤਾਂ ਗੱਲਬਾਤ ਜਿਹੜੀ ਲਖੀਮਪੁਰ ਖੀਰੀ ਦੀ ਘਟਨਾ ਨੂੰ ਲੈ ਕੇ ਹੋਈ ਆ ਜਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਹੋਈ ਆ, ਤਾਂ ਇਸ ਤੋਂ ਬਾਅਦ ਜਿਹੜਾ ਮੁੱਦਾ ਹੈਗਾ ਪੰਜਾਬ ਦੇ, ਜੇ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਮੁੱਦੇ ਬਹੁਤ ਨੇ। ਪੰਜਾਬ ਦੇ ਜਿਹੜੇ ਮਸਲੇ ਨੇ, ਜਿਵੇਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀਗਾ ਸਟੇਜ ਤੋਂ ਕਿ ਪੰਜਾਬ ਦੇ ਮਸਲੇ ਬਹੁਤ ਨੇ ਪਰ ਗੌਰ ਕਰਨ ਵਾਲਾ ਚਾਹੀਦਾ।